ਜੰਗਲ ਤਾਂ ਤੁਸੀਂ ਬਹੁਤ ਸਾਰੇ ਦੇਖੇ ਹੋਣਗੇ ਸੁਨੇ ਹੋਣਗੇ ਪਰ ਅੱਜ ਦੇ ਜੇਕਰ ਯੁੱਗ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਯੁੱਗ ਦੇ ਵਿੱਚ ਜੰਗਲ ਮਿਲਣੇ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਆਬਾਦੀ ਬਹੁਤ ਜ਼ਿਆਦਾ ਹੋ ਗਈ। ਆਖਿਰਕਾਰ ਜੀ ਜੰਗਲਾਂ ਦੇ ਨਾਲ ਇਨਕਮ ਟੈਕਸ ਆਫੀਸਰ ਦਾ ਕੀ ਲੈਣਾ ਦੇਣਾ, ਪਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗੀ ਇਹ ਉਹ ਇਨਕਮ ਟੈਕਸ ਆਫੀਸਰ ਨੇ ਜਿਨ੍ਹਾਂ ਨੇ ਆਲ ਓਵਰ ਇੰਡੀਆ ਦੇ ਵਿੱਚ 400 ਦੇ ਕਰੀਬ ਹੈ ਜਿਹੜੇ ਕਿ ਜੰਗਲ ਬਣਾਏ। ਬਟ ਮੈਨ-ਮੇਡ ਜੰਗਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਜੀ ਗ੍ਰੀਨਮੈਨ ਰੋਹਿਤ ਮਹਿਰਾ ਜੀ ਦਾ। ਆਖਿਰਕਾਰ ਕਿਵੇਂ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਤੇ ਕਿਉਂ ਇਹ ਜੰਗਲ ਬਣਾਏ ਜਾ ਰਹੇ ਨੇ, ਗੱਲਬਾਤ ਕਰਦੇ ਹਾਂ। ਪੋਪੂਲੇਸ਼ਨ ਵੱਧਦੀ ਪਈ ਹੈ, ਅਸੀਂ ਧਰਤੀ ਮਾਤਾ ਤੋਂ ਦੂਰ ਜਾ ਰਹੇ ਹਾਂ ਜੀ ਤੇ ਸਾਨੂੰ ਇਹ ਜੰਗਲ ਵਾਪਸ ਲਾਣੇ ਪੈਣੇ ਸੀ ਜੀ ਤੇ ਅਸੀਂ ਇਹ ਉਪਰਾਲਾ ਕੀਤਾ ਅੱਜ ਤੋਂ 5-6 ਸਾਲ ਪਹਿਲੇ। ਅਸੀਂ ਪੂਰੇ ਇੰਡੀਆ ਦੇ ਵਿੱਚ 400 ਦੇ ਕੋਲ ਜੰਗਲ ਬਣਾਏ ਨੇ। ਜਿਵੇਂ ਤੁਸੀਂ ਇਹੋ ਜੰਗਲ ਦੇਖਦੇ ਪਏ ਹੋ, ਇਹਦੇ 'ਚ ਮਲਟੀ ਬਾਇਓਡਾਇਵਰਸ ਜੰਗਲ ਹੈ। ਜੀ ਇੱਕ ਤਰ੍ਹਾਂ ਦਾ ਪਲਾਂਟ ਨਹੀਂਗਾ, ਇਹਦੇ 'ਚ 40 ਤਰ੍ਹਾਂ ਦੇ ਪਲਾਂਟ ਹੈਗੇ ਨੇ। ਜਿਵੇਂ ਹਿਊਮਨ ਬੀਇੰਗ ਫੈਮਿਲੀ 'ਚ ਰਹਿੰਦੇ ਨੇ, ਪਲਾਂਟਸ ਵੀ ਫੈਮਿਲੀ 'ਚ ਰਹਿੰਦੇ ਨੇ ਜੀ ਤੇ ਇੱਕ ਦੂਜੇ ਨੂੰ ਸਪੋਰਟ ਕਰਦੇ ਕਰਦੇ ਪੂਰੇ ਦਾ ਪੂਰਾ ਇੱਕ ਜੰਗਲ ਬਣ ਜਾਂਦਾ ਹੈ। ਜੀ ਅਜਿਹਾ ਕੀ ਖਾਸ ਹੈ ਇਹਨਾਂ ਜੰਗਲਾਂ ਦੇ ਵਿੱਚ? ਮੈਮ ਅਸੀਂ ਜੋ ਜੰਗਲ ਬਣਾਈ ਦੇ ਤੇ ਪੰਜੋ ਤੱਤ ਧਰਤੀ, ਆਕਾਸ਼, ਪਾਣੀ, ਅਗਨੀ ਤੇ ਮਿੱਟੀ, ਇਹ ਪੰਜਾਂ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਬਣਾਈਦਾ ਤੇ ਇੱਕ ਬਾਇਓਮਿਮਿਕਰੀ ਹੁੰਦੀ ਹੈ। ਮਤਲਬ ਅਸੀਂ ਇੱਕ ਤਰ੍ਹਾਂ ਦਾ ਜੋ ਨੇਚਰ ਨੇ ਜੰਗਲ ਬਣਾਇਆ ਉਹ ਜਿਹੜਾ ਬਣਾ ਕੇ 3-4 ਮਹੀਨੇ ਅਸੀਂ ਮੇਨਟੇਨ ਕਰੀਦਾ ਤੇ ਪੂਰੇ ਦਾ ਪੂਰਾ ਇੱਕ ਨੈਚੁਰਲ ਜੰਗਲ ਬਣ ਜਾਂਦਾ। ਜਿਹੜੇ ਜੰਗਲ ਹੈ ਇਹਦਾ ਬਣਾਉਣ ਦਾ ਮੋਟਿਵ ਇਹ ਸੀ ਕਿ ਤੁਹਾਨੂੰ ਬਰਡਸ ਦੇ ਨਾਲ ਜ਼ਿਆਦਾ ਪਿਆਰ ਹੈ ਜਾਂ ਤੁਹਾਨੂੰ ਟਰੀ ਦੇ ਨਾਲ ਜ਼ਿਆਦਾ ਪਿਆਰ ਹੈ? ਦੇਖੋ ਤੁਸੀਂ ਇਹ ਤੇ ਬੜਾ ਮਤਲਬ ਇਹ ਚੀਜ਼ ਹੋ ਗਈ ਕਿ ਤੁਹਾਨੂੰ ਵੱਡੇ ਬੱਚੇ ਨਾਲ ਪਿਆਰ ਹੈ ਕਿ ਛੋਟੇ ਬੱਚੇ ਨਾਲ ਪਿਆਰ ਹੈ। ਪ੍ਰਿਥਵੀ ਸਾਡੀ ਮਦਰ ਹੈ ਜੀ, ਗੁਰਬਾਣੀ 'ਚ ਵੀ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤੇ ਇਹਦੀ ਸੇਵਾ ਕਰਨਾ ਸਾਡਾ ਇੱਕ ਬੇਸਿਕ ਧਰਮ ਹੈਗਾ। ਦੋ ਕਿ ਆ ਜਿਹੜਾ ਜੰਗਲ ਆ ਅੱਜ ਤੁਹਾਨੂੰ ਦਿਖਾ ਰਹੇ ਹਾਂ, ਜੰਗਲ ਮੈਨ-ਮੇਡ ਜੰਗਲ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਰੋਹਿਤ ਮਹਿਰਾ ਤੇ ਉਹਨਾਂ ਦੀ ਵਾਈਫ ਗੀਤਾਂਜਲੀ ਮਹਿਰਾ ਵੱਲੋਂ ਜਿਹੜਾ ਕਿ ਬਣਾਇਆ ਗਿਆ। ਸੋ ਇਸ ਤਰ੍ਹਾਂ ਦੇ ਹੋਰ ਵੀ ਕਈ ਜੰਗਲ ਹੈ ਜਿਹੜੇ ਕਿ ਇਹਨਾਂ ਨੇ ਆਲ ਓਵਰ ਇੰਡੀਆ ਦੇ ਵਿੱਚ ਬਣਾਏ ਨੇ। ਤੇ ਕੋਈ ਇਨਸੀਡੈਂਟ ਅਜਿਹਾ ਹੋਇਆ ਸੀ ਕਿ ਸੋਚਿਆ ਕਿ ਹੁਣ ਮੈਨੂੰ ਟਰੀਜ਼ ਲਗਾਣੇ ਆ, ਕੁਝ ਇਦਾਂ ਦਾ ਹੋਇਆ ਸੀ ਇਨਸੀਡੈਂਟ? ਮੇਰਾ ਬੇਟਾ ਜਿਹੜਾ ਕਿ ਲੁਧਿਆਣੇ ਦੇ ਬੜੇ ਪ੍ਰੈਸਟੀਜੀਅਸ ਸਕੂਲ ਸਤਪਾਲ ਮਿੱਤਲ 'ਚ ਪੜ੍ਹਦਾ ਤੇ ਉਹ ਅੱਜ ਤੋਂ 6 ਸਾਲ ਪਹਿਲੇ ਮੈਨੂੰ ਕਹਿੰਦਾ ਪਾਪਾ ਸਾਨੂੰ ਹੌਲੀਡੇਜ਼ ਹੋ ਗਈਆਂ ਜੀ ਤੇ ਉਹ ਪੋਲਿਊਸ਼ਨ ਦੀ ਹੌਲੀਡੇਜ਼ ਹੈ। ਜੀ ਤੁਹਾਨੂੰ ਸਭ ਨੂੰ ਵਿਦਿਤ ਹੋਏਗਾ ਕਿ ਪੰਜਾਬ ਦੇ ਵਿੱਚ ਸਕੂਲ ਬੰਦ ਰਹੇ ਜੀ ਬੱਚਿਆਂ ਨੂੰ ਪੋਲਿਊਸ਼ਨ ਤੋਂ ਬਚਾਉਣ ਵਾਸਤੇ। ਜੇ ਇਹ ਸਿਚੁਏਸ਼ਨ ਹੈ ਤੇ ਮੈਨੂੰ ਲੱਗਦਾ ਕਿ ਹਰ ਇੱਕ ਫਾਦਰ ਦੇ ਵਾਸਤੇ ਇੱਕੋ ਕੁਐਸਚਨ ਸਾਹਮਣੇ ਕਿ ਅਸੀਂ ਬੱਚੇ ਨੂੰ ਕੰਫਰਟ ਦੇਣਾ ਹੈ ਕਿ ਅੱਛੀ ਹਵਾ ਦੇਣੀ ਹੈ। ਤੇ ਜੇ ਅੱਛੀ ਹਵਾ ਨਹੀਂ ਦੇਵਾਂਗੇ ਤੇ ਅਸੀਂ ਐਜ਼ ਅ ਪੇਰੈਂਟ, ਐਜ਼ ਅ ਹਿਊਮਨ ਬੀਇੰਗ, ਐਜ਼ ਅ ਪ੍ਰੋਫੈਸ਼ਨਲ ਅਸੀਂ ਕਿਤੇ ਨਾ ਕਿਤੇ ਫੇਲੀਅਰ ਹੈ। ਤੇ ਮੈਨੂੰ ਲੱਗਾ ਕਿ ਇੰਸਟੈਡ ਆਫ ਕ੍ਰਿਬਿੰਗ ਕਿ ਕਿਉਂ ਹੋਇਆ ਕਿੰਜ ਹੋਇਆ, ਇੰਸਟੈਡ ਆਫ ਰਿਐਕਟਿੰਗ ਆਈ ਸ਼ੁੱਡ ਐਕਟ। ਜੀ ਇਹ ਇਨਕਮ ਟੈਕਸ ਆਫੀਸਰ ਹੋ, ਉਸ ਦੇ ਨਾਤੇ ਤੁਸੀਂ ਇਹ ਹੁਣ ਟਰੀਜ਼ ਵੀ ਲਗਾ ਰਹੇ ਹੋ, ਗ੍ਰੀਨ ਮੈਨ ਦੇ ਨਾਲ ਤੁਹਾਨੂੰ ਜਾਣਿਆ ਜਾ ਰਿਹਾ। ਸੋ ਮੈਮ ਤੁਸੀਂ ਤਾਂ ਇੰਟੀਰੀਅਰ ਡਿਜ਼ਾਈਨਰ ਹੋ, ਤੁਸੀਂ ਵਰਡ ਡਿਜ਼ਾਈਨਰ ਕਦੋਂ ਤੋਂ ਬਣ ਗਏ? ਮਤਲਬ ਜਦੋਂ ਮੈਨੂੰ ਲੱਗਾ ਕਿ ਆਪਣਾ ਅੰਦਰ ਤੇ ਸਾਫ਼ ਸਾਰੇ ਹੀ ਰੱਖ ਲੈਂਦੇ ਆ ਪਰ ਕਿਉਂ ਨਾ ਆਪਣਾ ਬਾਹਰ ਵੀ ਸਾਫ਼ ਰੱਖਣਾ ਚਾਹੀਦਾ ਹੈ। ਐਂਡ ਉਹ ਜ਼ਿਆਦਾ ਇੰਪੋਰਟੈਂਟ ਹੈਗਾ। ਜਿਸ ਤਰ੍ਹਾਂ ਕਹਿੰਦੇ ਸਰਵ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ, ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤੇ ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਆਪਣਾ ਬਾਹਰ ਦਾ ਵਾਤਾਵਰਨ ਵੀ ਸ਼ੁੱਧ ਹੋਣਾ ਚਾਹੀਦਾ ਹੈ। ਤੁਸੀਂ ਦੇਖੋ ਕਿ ਕੋਈ ਵੀ ਪਲਾਂਟ ਕਦੇ ਵੀ ਆਪਸ 'ਚ ਕੰਪੀਟ ਨਹੀਂ ਕਰਦਾ। ਜੀ ਇਹ ਹਿਊਮਨ ਹੀ ਹੈ ਜੋ ਆਪਸ 'ਚ ਕੰਪੀਟ ਕਰਦੇ ਨੇ। ਕਦੀ ਸੁਣਿਆ ਕਿ ਪਲਾਂਟ ਨੇ ਸੁਸਾਈਡ ਕੀਤੀ ਹੋਵੇ? ਜੀ ਹਿਊਮਨ ਨੇ ਇੰਟੈਲੀਜੈਂਟ ਹੈ ਫਿਰ ਵੀ ਉਹ ਅੰਨੇ ਦੁੱਖ 'ਚ ਰਹਿੰਦੇ ਨੇ, ਇਹਦੇ 'ਚ ਰਹਿੰਦੇ ਨੇ। ਪਲਾਂਟਸ ਆਰ ਆਲਵੇਜ਼ ਹੈਪੀ। ਸੋ ਇਹ ਤੁਹਾਨੂੰ ਧਰਤੀ ਮਾਤਾ ਦੇ ਸਭ ਤੋਂ ਸਾਡੇ ਪੂਰਵਜ ਨੇ। ਇਹ ਧਰਤੀ ਮਾਤਾ ਦਾ ਇੱਕ ਐਗਜ਼ਾਮਪਲ ਹੈ ਕਿ ਹੈਪੀਨੈਸ ਵਿਦਆਊਟ ਐਨੀ ਐਕਸਪੈਕਟੇਸ਼ਨਸ। ਤੁਸੀਂ ਉਹਦੇ ਫਲ ਲਾ ਲੈਂਦੇ ਹੋ, ਤੁਹਾਨੂੰ ਸਬਜ਼ੀਆਂ ਦੇ ਦਿੰਦੇ ਨੇ, ਤੁਹਾਨੂੰ ਮੈਡੀਸਿਨ ਦੇ ਦਿੰਦੇ ਨੇ, ਪਰ ਦੇ ਡੂ ਨੋਟ ਆਸਕ ਐਨੀਥਿੰਗ ਇਨ ਰਿਟਰਨ। ਸੋ ਲੋਕਾਂ ਨੂੰ ਜਗਾਉਣ ਦੇ ਲਈ ਕੋਈ ਇਨੀਸ਼ੀਏਟਿਵ ਵੀ ਲੈ ਰਹੇ ਹੋ? ਮੈਮ ਅਸੀਂ ਕਾਫੀ ਇਨੀਸ਼ੀਏਟਿਵ ਲਿੱਤੇ ਨੇ ਕਿ ਹੁਣ ਅੱਜ ਵੀ ਅਸੀਂ ਮੰਡੀ ਗੋਬਿੰਦਗੜ੍ਹ ਗਏ, ਉੱਥੇ ਲੋਕਲ ਜੋ ਇੰਡਸਟਰੀਜ਼ ਹੈ ਉਹਨਾਂ ਨੇ 100 ਏਕੜ ਜਗ੍ਹਾ 100 ਜੰਗਲ ਲਗਾਉਣ ਵਾਸਤੇ ਪਰ ਇੱਕ ਏਕੜ 100 ਏਕੜ ਦੇ ਕੋਲ ਜਗ੍ਹਾ ਦਾ ਟਾਈ ਅਪ ਹੋਇਆ। ਤੁਸੀਂ ਦੇਖੋ ਜੇ ਅਸੀਂ ਸੈਲਫਿਸ਼ ਬਣ ਜਾਈਏ। ਇੱਕ ਵਾਰੀ ਫਿਰ ਤੋਂ ਦੁਬਾਰਾ ਸੁਣਨਾ ਚਾਹਾਂਗੀ, 100 ਏਕੜ ਜਗ੍ਹਾ ਜੀ, ਉਹ ਹਰ ਇੱਕ ਇੰਡਸਟਰੀਜ਼ ਨੂੰ ਅਸੀਂ ਇਹ ਕਿਹਾ ਸਾਨੂੰ 1 ਏਕੜ ਜਗ੍ਹਾ ਦਿਓ, ਉਹਨਾਂ ਦੀ ਫੈਕਟਰੀ ਜਗ੍ਹਾ ਹਰ ਇੱਕ ਸਾਨੂੰ 1 ਏਕੜ ਦੇਗਾ। ਅਸੀਂ ਐਕਸਪੈਕਟ ਕਰਨੇ ਮੈਂ ਕਿ 100 ਏਕੜ ਦੀ ਜਗ੍ਹਾ ਸਾਨੂੰ ਮਿਲ ਜਾਏਗੀ। ਕੀ ਬਾਤ ਹੈ। ਜਦੋਂ ਹਿਊਮਨ ਬੀਇੰਗ ਅੱਜ ਤੋਂ 10-15 ਹਜ਼ਾਰ ਸਾਲ ਪਹਿਲੇ ਇੱਥੇ ਨਹੀਂ ਸੀਗਾ, ਉਦੋਂ ਇੱਥੇ ਜ਼ਿਆਦਾ ਜੰਗਲ ਸੀ।
ਬਨਸਪਤ ਕੀ ਅੱਜ ਦੇ ਤੁਸੀਂ ਇੱਥੋਂ ਵੇਖੋ ਕਿ ਅਸੀਂ ਪੇੜਾਂ ਦੇ ਡਿਸਟਰੋਇਰ ਹੈ, ਸਲੇਅਰ ਹੈ, ਅਸੀਂ ਕ੍ਰੀਏਟਰ ਨਹੀਂ ਗਏ। ਜੀ ਬਿਲਕੁਲ। ਤੇ ਇਹ ਜੇ ਅਸੀਂ ਥੋਟ ਪ੍ਰੋਸੈਸ ਰੱਖੀਏ ਤੇ ਮੈਨੂੰ ਲੱਗਦਾ ਕਿ ਨੇਚਰ ਟੇਕਸ ਕੇਅਰ ਆਫ ਇਟਸ ਓਨ ਸੈਲਫ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਯੰਕਾ ਨੇਸ਼ਨ ਪੋਸਟ ਦੇਖ ਰਹੇ ਹੋ ਤੁਸੀਂ। ਗੱਲ ਕਰਨ ਜਾ ਰਹੇ ਹਾਂ ਜੰਗਲਾਂ ਦੀ। ਜੰਗਲ ਤਾਂ ਤੁਸੀਂ ਬਹੁਤ ਸਾਰੇ ਦੇਖੇ ਹੋਣਗੇ, ਸੁਣੇ ਹੋਣਗੇ, ਪਰ ਅੱਜ ਦੇ ਜੇਕਰ ਯੁੱਗ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਯੁੱਗ ਦੇ ਵਿੱਚ ਜੰਗਲ ਮਿਲਣੇ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ। ਕਿਉਂਕਿ ਆਬਾਦੀ ਬਹੁਤ ਜ਼ਿਆਦਾ ਹੋ ਗਈ ਹੈ। ਪਰ ਜੇਕਰ ਇਹ ਜੰਗਲ ਨਹੀਂ ਰਹਿਣਗੇ ਤਾਂ ਕਦੇ ਸੋਚਿਆ ਕਿ ਅਸੀਂ ਰਵਾਂਗੇ ਜਾਂ ਫਿਰ ਨਹੀਂ? ਸੋ ਇਹ ਇੱਕ ਸਵਾਲ ਹੈ, ਜਿਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਵਾਉਣ ਜਾ ਰਹੀ ਹਾਂ ਜੀ। ਇਨਕਮ ਟੈਕਸ ਆਫਿਸਰ ਰੋਹਿਤ ਮਹਿਰਾ ਤੇ ਉਹਨਾਂ ਦੀ ਵਾਈਫ ਹੈ ਜਿਹੜੀ ਕਿ ਗੀਤਾਂਜਲੀ ਮਹਿਰਾ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਨੇਸ਼ਨ ਪੋਸਟ ਤੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਹੁਣ ਤੁਸੀਂ ਸੋਚ ਰਹੇ ਹੋਣਗੇ ਆਖਿਰਕਾਰ ਜੀ ਜੰਗਲਾਂ ਦੇ ਨਾਲ ਇਨਕਮ ਟੈਕਸ ਆਫਿਸਰ ਦਾ ਕੀ ਲੈਣਾ ਦੇਣਾ, ਪਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗੀ ਇਹ ਉਹ ਇਨਕਮ ਟੈਕਸ ਆਫਿਸਰ ਨੇ ਜਿਨ੍ਹਾਂ ਨੇ ਆਲ ਓਵਰ ਇੰਡੀਆ ਦੇ ਵਿੱਚ 400 ਦੇ ਕਰੀਬ ਹੈ ਜਿਹੜੇ ਕਿ ਜੰਗਲ ਬਣਾਏ ਨੇ। ਬਿਲਕੁਲ ਸਹੀ ਸੁਣਿਆ ਤੁਸੀਂ। ਤਾਂ ਸੋਚਦੇ ਹੋ ਕਿ ਜੰਗਲ ਹੈ ਜਿਹੜਾ ਕਿ ਭਗਵਾਨ ਬਣਾਉਂਦਾ, ਕੁਦਰਤੀ ਬਣੇ ਹੁੰਦੇ ਨੇ, ਬਟ ਮੈਨਮੇਡ ਜੰਗਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਜੀ ਗ੍ਰੀਨਮੈਨ ਰੋਹਿਤ ਮਹਿਰਾ ਜੀ ਦਾ। ਆਖਿਰਕਾਰ ਕਿਵੇਂ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਤੇ ਕਿਉਂ ਇਹ ਜੰਗਲ ਬਣਾਏ ਜਾ ਰਹੇ ਨੇ, ਗੱਲਬਾਤ ਕਰਦੇ ਹਾਂ। ਸਰ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਜੰਗਲਾਂ ਦੀ ਕ੍ਰੀਏਟੀਵਿਟੀ ਮਾਈਂਡ ਦੇ ਵਿੱਚ ਇਹ ਕਨਸੈਪਟ ਕਿਵੇਂ ਆਉਂਦਾ ਹੈ? ਮੈਮ ਜਿਸ ਹਿਸਾਬ ਨਾਲ ਪੋਪੂਲੇਸ਼ਨ ਵੱਧਦੀ ਪਈ ਹੈ, ਅਸੀਂ ਧਰਤੀ ਮਾਤਾ ਤੋਂ ਦੂਰ ਜਾ ਰਹੇ ਹਾਂ ਜੀ, ਤੇ ਸਾਨੂੰ ਇਹ ਜੰਗਲ ਵਾਪਸ ਲਾਣੇ ਪੈਣੇ ਸੀ ਜੀ। ਤੇ ਅਸੀਂ ਇਹ ਉਪਰਾਲਾ ਕੀਤਾ ਅੱਜ ਤੋਂ 5-6 ਸਾਲ ਪਹਿਲੇ। ਅਸੀਂ ਪੂਰੇ ਇੰਡੀਆ ਦੇ ਵਿੱਚ 400 ਦੇ ਕੋਲ ਜੰਗਲ ਬਣਾਏ ਨੇ। ਜਿਵੇਂ ਤੁਸੀਂ ਇਹੋ ਜੰਗਲ ਦੇਖਦੇ ਪਏ ਹੋ, ਇਹਦੇ 'ਚ ਮਲਟੀ ਬਾਇਓਡਾਇਵਰਸ ਜੰਗਲ ਹੈ ਜੀ। ਇੱਕ ਤਰ੍ਹਾਂ ਦਾ ਪਲਾਂਟ ਨਹੀਂਗਾ, ਇਹਦੇ 'ਚ 40 ਤਰ੍ਹਾਂ ਦੇ ਪਲਾਂਟ ਹੈਗੇ ਨੇ। ਤੇ ਪਲਾਂਟ ਇੱਕ ਫੈਮਿਲੀ ਦੇ ਤੌਰ ਤੇ ਹੁੰਦੇ ਨੇ, ਜਿਵੇਂ ਹਿਊਮਨ ਬੀਇੰਗ ਫੈਮਿਲੀ 'ਚ ਰਹਿੰਦੇ ਨੇ, ਪਲਾਂਟਸ ਵੀ ਫੈਮਿਲੀ 'ਚ ਰਹਿੰਦੇ ਨੇ। ਜੀ। ਤੇ ਇੱਕ ਦੂਜੇ ਨੂੰ ਸਪੋਰਟ ਕਰਦੇ ਕਰਦੇ ਪੂਰੇ ਦਾ ਪੂਰਾ ਇੱਕ ਜੰਗਲ ਬਣ ਜਾਂਦਾ ਹੈ। ਜੀ। ਸਾਡਾ ਇੱਕ ਸ਼ਾਸਤਰ ਹੈ ਵਿਰਕਸ਼ ਆਯੁਰਵੇਦਾ, ਉਹਦੇ ਜਿਹੜੀ ਟੈਕਨੀਕ ਦਿੱਤੀਆਂ ਗਈਆਂ ਉਹਦੇ ਹਿਸਾਬ ਨਾਲ ਅਸੀਂ ਜੰਗਲ ਬਣਾਈਦਾ। ਜੀ। ਤੇ ਇਹ ਜਿਹੜੇ ਜੰਗਲ ਨੇ 10 ਟਾਈਮਸ ਨੈਚੁਰਲ ਜੰਗਲ ਨਾਲੋਂ ਜ਼ਿਆਦਾ ਬਾਇਓਡਾਇਵਰਸ ਨੇ, 10 ਟਾਈਮ ਜ਼ਿਆਦਾ ਸਪੀਡ ਨਾਲ ਉਗਦੇ ਨੇ। ਜੀ। ਤੇ ਅਜਿਹਾ ਕੀ ਖਾਸ ਹੈ ਇਹਨਾਂ ਜੰਗਲਾਂ ਦੇ ਵਿੱਚ? ਮੈਮ ਅਸੀਂ ਜੋ ਜੰਗਲ ਬਣਾਈਦੇ ਤੇ ਪੰਜੋ ਤੱਤ ਧਰਤੀ, ਆਕਾਸ਼, ਪਾਣੀ, ਅਗਨੀ ਤੇ ਮਿੱਟੀ, ਇਹ ਪੰਜਾਂ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਬਣਾਈਦਾ। ਤੇ ਇੱਕ ਬਾਇਓਮਿਮਿਕਰੀ ਹੁੰਦੀ ਹੈ, ਮਤਲਬ ਅਸੀਂ ਇੱਕ ਤਰ੍ਹਾਂ ਦਾ ਜੋ ਨੇਚਰ ਨੇ ਜੰਗਲ ਬਣਾਇਆ ਉਹ ਜਿਹੜਾ ਬਣਾ ਕੇ 3-4 ਮਹੀਨੇ ਅਸੀਂ ਮੇਨਟੇਨ ਕਰੀਦਾ ਤੇ ਪੂਰੇ ਦਾ ਪੂਰਾ ਇੱਕ ਨੈਚੁਰਲ ਜੰਗਲ ਬਣ ਜਾਂਦਾ। ਤੁਸੀਂ ਦੇਖੋ ਹੁਣ ਤੁਹਾਨੂੰ ਇਹ ਜੰਗਲ ਦੇ ਵਿੱਚ ਹੀ ਬਰਡਸ ਨਜ਼ਰ ਆ ਰਹੇ ਨੇ, ਛੋਟੇ ਮਾਈਕਰੋਬਸ ਨਜ਼ਰ ਆ ਰਹੇ ਨੇ, ਹੌਲੀ ਹੌਲੀ ਛੋਟੇ ਜਾਨਵਰ ਵੀ ਆ ਜਾਣਗੇ, ਉਹ ਸਭ ਆ ਜਾਣਗੇ। ਬਰਡਸ ਦੇਖੋ ਕਿੰਨੇ ਜ਼ਿਆਦਾ ਇੱਥੇ ਬਰਡਸ ਨਜ਼ਰ ਆ ਰਹੇ ਨੇ, ਉਹਨਾਂ ਦੀ ਵੌਇਸ ਆ ਰਹੀ। ਇਹ ਜਿਹੜੇ ਜੰਗਲ ਹੈ ਇਹਦਾ ਬਣਾਉਣ ਦਾ ਮੋਟਿਵ ਇਹ ਸੀ ਕਿ ਤੁਹਾਨੂੰ ਬਰਡਸ ਦੇ ਨਾਲ ਜ਼ਿਆਦਾ ਪਿਆਰ ਹੈ ਜਾਂ ਤੁਹਾਨੂੰ ਟਰੀ ਦੇ ਨਾਲ ਜ਼ਿਆਦਾ ਪਿਆਰ ਹੈ? ਦੇਖੋ ਤੁਸੀਂ ਇਹ ਤੇ ਬੜਾ ਮਤਲਬ ਇਹ ਚੀਜ਼ ਹੋ ਗਈ ਕਿ ਤੁਹਾਨੂੰ ਵੱਡੇ ਬੱਚੇ ਨਾਲ ਪਿਆਰ ਹੈ ਕਿ ਛੋਟੇ ਬੱਚੇ ਨਾਲ ਪਿਆਰ ਹੈ। ਪ੍ਰਿਥਵੀ ਸਾਡੀ ਮਦਰ ਹੈ ਜੀ। ਜੀ ਗੁਰਬਾਣੀ 'ਚ ਵੀ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤੇ ਇਹਦੀ ਸੇਵਾ ਕਰਨਾ ਸਾਡਾ ਇੱਕ ਬੇਸਿਕ ਧਰਮ ਹੈਗਾ। ਤੇ ਇਹ ਜਿਹੜੇ ਪੰਜ ਤੱਤਵ ਹੈ ਇਹ ਬਰਡਸ ਐਨੀਮਲਸ ਤਦ ਹੀ ਚੱਲ ਪੈਣਗੇ ਜੇ ਜੰਗਲ ਹੋਣਗੇ। ਜਿਵੇਂ ਸਾਡਾ ਸਰਵਾਈਵਲ ਹੁਣ ਤੁਹਾਡਾ ਮੈਂ ਗੱਲ ਕਰਨਾ ਪਿਆ, ਸਾਡੇ ਕਿੰਨੇ ਹੀ ਸਾਹ ਅੰਦਰ ਗਏ ਨੇ, ਸਾਹ ਬਾਹਰ ਗਏ ਨੇ। ਜਿਹੜੀ ਅਸੀਂ ਆਕਸੀਜਨ ਐਕਸੇਲ ਕਰਨੇ ਆ, ਟਰੀਜ਼ ਉਹਨੂੰ ਇਨਹੇਲ ਕਰਦੇ ਨੇ। ਤੇ ਇਹਨਾਂ ਤੋਂ ਬਿਨਾ ਸਾਡਾ ਸਰਵਾਈਵਲ 1 ਸੈਕਿੰਡ ਦਾ ਵੀ ਨਹੀਂ। ਬਿਲਕੁਲ। ਤੇ ਜੇ ਇਹ ਤੁਸੀਂ ਬੇਸਿਕ ਚੀਜ਼ ਸਾਂਭ ਲਈ ਤੇ ਜਿੰਨੇ ਘਟਦੇ ਜਾਣਗੇ ਸਾਡੀ ਉਨੀ ਬਿਮਾਰੀਆਂ ਵੱਧਦੀ ਜਾਣਗੀਆਂ। ਜੀ। ਇਸ ਤੋਂ ਸਵਾਲ ਇਹ ਉੱਠਦਾ ਹੈ ਗੀਤਾਂਜਲੀ ਮੈਮ ਕਿ ਆਖਿਰਕਾਰ ਲੋੜ ਕੀ ਮਹਿਸੂਸ ਹੁੰਦੀ ਹੈ ਕਿ ਜੰਗਲ ਬਣਾਏ ਜਾਂਦੇ ਨੇ, ਆਲ ਓਵਰ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਜੰਗਲ ਇੰਟਰੋਡਿਊਸ ਕਰਵਾਏ ਜਾਂਦੇ ਨੇ? ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਸਾਡੀ ਹਵਾ, ਪਾਣੀ ਸਾਰਾ ਅਸ਼ੁੱਧ ਹੋਈ ਜਾ ਰਿਹਾ ਜੀ। ਤੇ ਇਹ ਜਿਹੜੇ ਜੰਗਲ ਹੈ ਇੱਕ ਤਰ੍ਹਾਂ ਦੇ ਪਰਸਨਲ ਆਕਸੀਜਨ ਚੈਂਬਰਸ ਬਣ ਚੁੱਕੇ ਹੋਏ ਹੈ। ਪਰਸਨਲ ਆਕਸੀਜਨ ਨੈਚੁਰਲ ਚੈਂਬਰਸ ਹੈਗੇ ਹੈ ਸਾਰਿਆਂ ਵਾਸਤੇ। ਤੁਸੀਂ ਵੇਖਿਆ ਹੋਣਾ ਕਰੋਨਾ ਕਾਲ 'ਚ ਸਾਨੂੰ ਸਮਝ ਆ ਗਈ ਕਿ ਸਾਡੀ ਨਹੀਂ 2 ਕਿਡਨੀਆਂ ਵੀ ਬਹੁਤ, ਲੰਗਸ ਵੀ ਬਹੁਤ ਜ਼ਰੂਰੀ ਹੈ। ਹਾਰਟ ਤਾਂ ਜ਼ਰੂਰੀ ਹੈ ਪਰ ਲੰਗਸ ਵੀ ਬਹੁਤ ਜ਼ਰੂਰੀ ਹੈ। ਸਾਰਿਆਂ ਨੂੰ ਲੰਗਸ ਦੀ ਮਾਰੋ-ਮਾਰ ਪੈ ਗਈ ਸੀ। ਇਸੇ ਤਰ੍ਹਾਂ ਜੇ ਸਾਡੀ ਹਵਾ ਪਵਿੱਤਰ ਨਹੀਂ ਹੋਏਗੀ, ਸ਼ੁੱਧ ਨਹੀਂ ਹੋਏਗੀ ਤੇ ਸਾਡਾ ਜੀਣਾ ਤੇ ਮਤਲਬ ਕਿ ਮੁਸ਼ਕਿਲ ਹੀ ਹੋ ਜਾਏਗਾ। ਇਸ ਲਈ ਸਾਰਿਆਂ ਵਾਸਤੇ ਅਸੀਂ ਪਰਸਨਲ ਜੰਗਲਸ ਜਾਂ ਪਰਸਨਲ ਆਕਸੀਜਨ ਚੈਂਬਰਸ ਬਣਾ ਰਹੇ ਹਾਂ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜੰਗਲ ਆ ਅੱਜ ਤੁਹਾਨੂੰ ਦਿਖਾ ਰਹੇ ਹਾਂ, ਇਹ ਜੰਗਲ ਮੈਨਮੇਡ ਜੰਗਲ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਰੋਹਿਤ ਮਹਿਰਾ ਤੇ ਉਹਨਾਂ ਦੀ ਵਾਈਫ ਗੀਤਾਂਜਲੀ ਮਹਿਰਾ ਵੱਲੋਂ ਜਿਹੜਾ ਕਿ ਬਣਾਇਆ ਗਿਆ। ਸੋ ਇਸ ਤਰ੍ਹਾਂ ਦੇ ਹੋਰ ਵੀ ਕਈ ਜੰਗਲ ਹੈ ਜਿਹੜੇ ਕਿ ਇਹਨਾਂ ਨੇ ਆਲ ਓਵਰ ਇੰਡੀਆ ਦੇ ਵਿੱਚ ਬਣਾਏ ਨੇ।
ਇਦਾਂ ਹੁੰਦਾ ਨਾ ਸਰ ਕਿ ਜਦੋਂ ਸਾਡੇ ਚੀਜ਼ ਨੂੰ ਕਿਸੇ ਚੀਜ਼ ਦਾ ਧੱਕਾ ਲੱਗਦਾ ਸਾਡੇ ਦਿਲ ਨੂੰ, ਮਤਲਬ ਕੋਈ ਚੀਜ਼ ਮਹਿਸੂਸ ਹੁੰਦੀ ਹੈ ਤਾਂ ਅਸੀਂ ਉਸ ਨੂੰ ਲੈ ਕੇ ਕਦਮ ਚੁੱਕਦੇ ਹਾਂ। ਫਸਟ ਸਟੈਪ ਉਦੋਂ ਚੁੱਕਿਆ ਜਾਂਦਾ ਹੈ। ਕਦੇ ਕੋਈ ਇਨਸੀਡੈਂਟ ਅਜਿਹਾ ਹੋਇਆ ਸੀ ਕਿ ਸੋਚਿਆ ਕਿ ਹੁਣ ਮੈਨੂੰ ਟਰੀਜ਼ ਲਗਾਉਣੇ ਆ, ਕੁਝ ਇਦਾਂ ਦਾ ਹੋਇਆ ਸੀ ਇਨਸੀਡੈਂਟ? ਮੇਰਾ ਬੇਟਾ ਜਿਹੜਾ ਕਿ ਲੁਧਿਆਣੇ ਦੇ ਬੜੇ ਪ੍ਰੈਸਟੀਜੀਅਸ ਸਕੂਲ ਸਤਪਾਲ ਮਿੱਤਲ 'ਚ ਪੜ੍ਹਦਾ, ਤੇ ਉਹ ਅੱਜ ਤੋਂ 6 ਸਾਲ ਪਹਿਲੇ ਮੈਨੂੰ ਕਹਿੰਦਾ, ਪਾਪਾ ਸਾਨੂੰ ਹੌਲੀਡੇਜ਼ ਹੋ ਗਈਆਂ ਜੀ ਤੇ ਉਹ ਪੋਲਿਊਸ਼ਨ ਦੀ ਹੌਲੀਡੇਜ਼ ਹੈ। ਜੀ ਤੁਹਾਨੂੰ ਸਭ ਨੂੰ ਵਿਦਿਤ ਹੋਏਗਾ ਕਿ ਪੰਜਾਬ ਦੇ ਵਿੱਚ ਸਕੂਲ ਬੰਦ ਰਹੇ ਜੀ ਬੱਚਿਆਂ ਨੂੰ ਪੋਲਿਊਸ਼ਨ ਤੋਂ ਬਚਾਉਣ ਵਾਸਤੇ। ਜੇ ਇਹ ਸਿਚੁਏਸ਼ਨ ਹੈ ਤੇ ਮੈਨੂੰ ਲੱਗਦਾ ਕਿ ਹਰ ਇੱਕ ਫਾਦਰ ਦੇ ਵਾਸਤੇ ਇੱਕੋ ਕੁਐਸਚਨ ਸਾਹਮਣੇ ਹੈ ਕਿ ਅਸੀਂ ਬੱਚੇ ਨੂੰ ਕੰਫਰਟ ਦੇਣਾ ਹੈ ਕਿ ਅੱਛੀ ਹਵਾ ਦੇਣੀ ਹੈ। ਜੀ ਤੇ ਜੇ ਅੱਛੀ ਹਵਾ ਨਹੀਂ ਦੇਵਾਂਗੇ ਤੇ ਅਸੀਂ ਐਜ਼ ਅ ਪੇਰੈਂਟ, ਐਜ਼ ਅ ਹਿਊਮਨ ਬੀਇੰਗ, ਐਜ਼ ਅ ਪ੍ਰੋਫੈਸ਼ਨਲ ਅਸੀਂ ਕਿਤੇ ਨਾ ਕਿਤੇ ਫੇਲੀਅਰ ਹੈ। ਤੇ ਮੈਨੂੰ ਲੱਗਾ ਕਿ ਇੰਸਟੈਡ ਆਫ ਕ੍ਰਿਬਿੰਗ ਕਿ ਇਹ ਕਿਉਂ ਹੋਇਆ, ਕਿੰਜ ਹੋਇਆ, ਇੰਸਟੈਡ ਆਫ ਰਿਐਕਟਿੰਗ ਆਈ ਸ਼ੁੱਡ ਐਕਟ। ਜੀ ਸੋ ਤੁਸੀਂ ਇਨਕਮ ਟੈਕਸ ਆਫੀਸਰ ਹੋ, ਉਸ ਦੇ ਨਾਤੇ ਤੁਸੀਂ ਇਹ ਹੁਣ ਟਰੀਜ਼ ਵੀ ਲਗਾ ਰਹੇ ਹੋ, ਗ੍ਰੀਨ ਮੈਨ ਦੇ ਨਾਲ ਤੁਹਾਨੂੰ ਜਾਣਿਆ ਜਾ ਰਿਹਾ। ਸੋ ਮੈਮ ਤੁਸੀਂ ਤਾਂ ਇੰਟੀਰੀਅਰ ਡਿਜ਼ਾਈਨਰ ਹੋ, ਤੁਸੀਂ ਵਰਡ ਡਿਜ਼ਾਈਨਰ ਕਦੋਂ ਤੋਂ ਬਣ ਗਏ? ਮਤਲਬ ਜਦੋਂ ਮੈਨੂੰ ਲੱਗਾ ਕਿ ਆਪਣਾ ਅੰਦਰ ਤੇ ਸਾਫ਼ ਸਾਰੇ ਹੀ ਰੱਖ ਲੈਂਦੇ ਆ, ਪਰ ਕਿਉਂ ਨਾ ਆਪਣਾ ਬਾਹਰ ਵੀ ਸਾਫ਼ ਰੱਖਣਾ ਚਾਹੀਦਾ ਹੈ। ਐਂਡ ਉਹ ਜ਼ਿਆਦਾ ਇੰਪੋਰਟੈਂਟ ਹੈਗਾ, ਜਿਸ ਤਰ੍ਹਾਂ ਕਹਿੰਦੇ ਸਰਵ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ, ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤੇ ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਆਪਣਾ ਬਾਹਰ ਦਾ ਵਾਤਾਵਰਨ ਵੀ ਸ਼ੁੱਧ ਹੋਣਾ ਚਾਹੀਦਾ ਹੈ। ਇਸ ਲਈ ਜੀ ਮੈਮ ਤੁਸੀਂ ਦੋਨੋਂ ਹੀ ਹੋ ਜਿਹੜੇ ਕਿ ਮਤਲਬ ਟਰੀਜ਼ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ। ਘਰ ਦੇ ਵਿੱਚ ਹਰ ਇੱਕ ਫੈਮਿਲੀ ਮੈਂਬਰ, ਲਾਈਕ ਤੁਹਾਡੇ ਘਰ ਮੈਂ ਜਿਵੇਂ ਗਈ ਵਿਜ਼ਿਟ ਕੀਤਾ, ਤੁਹਾਡੇ 2 ਬੱਚੇ ਨੇ ਹੈ ਨਾ, ਕਿ ਉਹਨਾਂ ਨੂੰ ਵੀ ਇੰਨਾ ਕਿ ਜ਼ਿਆਦਾ ਪਿਆਰ ਹੈ? ਬਿਲਕੁਲ ਉਹਨਾਂ ਨੂੰ ਵੀ ਬਹੁਤ ਪਿਆਰ ਹੈ, ਉਹਨਾਂ ਦੇ ਦੋਸਤਾਂ ਨੂੰ ਬਹੁਤ ਪਿਆਰ ਹੈ। ਇਨਫੈਕਟ ਸਾਡੇ ਸਾਰੇ ਰਿਲੇਟਿਵਸ, ਸਾਡੇ ਸਾਰੇ ਫਰੈਂਡਸ ਸਾਰੇ ਬਹੁਤ ਸਪੋਰਟ ਕਰਦੇ ਆ ਔਰ ਇਸ ਇਨੀਸ਼ੀਏਟਿਵ 'ਚ ਹਮੇਸ਼ਾ ਸਾਡੇ ਨਾਲ ਹੀ ਰਹਿੰਦੇ ਆ। ਇਹ ਪਿਆਰ ਦਾ ਉੱਥੇ ਹੁੰਦਾ ਨਾ ਜਿੱਥੇ ਇੱਕ ਅੱਛੀ ਬੌਂਡ ਕ੍ਰੀਏਟ ਹੋ ਜਾਂਦਾ, ਇੱਕ ਟਰੀ ਦੇ ਨਾਲ ਔਰ ਇੱਕ ਮੈਨ ਦਾ ਬੌਂਡ ਕਿਵੇਂ ਕ੍ਰੀਏਟ ਕਰਦੇ ਹੋ ਤੁਸੀਂ? ਕੀ ਕੁਝ ਐਕਸਟਰਾ ਕਰ ਰਹੇ ਹੋ ਉਸ ਨੂੰ ਲੈ ਕੇ? ਦੇਖੋ ਅਸੀਂ ਬੱਚਿਆਂ ਨੂੰ ਜੰਗਲਾਂ 'ਚ ਲੈ ਕੇ ਆਈਦਾ, ਬੱਚਿਆਂ ਨੂੰ ਜੰਗਲਾਂ 'ਚ ਲੈ ਕੇ ਆਉਂਦੇ, ਮੈਨਮੇਡ ਜੰਗਲ? ਮੈਨਮੇਡ ਜੰਗਲ 'ਚ ਇੱਥੇ ਵੀ ਅਸੀਂ ਕਾਫੀ ਬੱਚੇ ਲੈ ਕੇ ਆਏ ਹਾਂ। ਬੱਚਿਆਂ ਨੂੰ ਟਰੀ ਹਗਿੰਗ, ਫੋਰੈਸਟ ਬਾਦਿੰਗ, ਫਿਰ ਇਹਨਾਂ ਨੂੰ ਪੰਚ ਤੱਤਵਾਂ ਕਿ ਮਿੱਟੀ ਕਿੰਜ ਹੁੰਦੀ ਹੈ, ਪਲਾਂਟ ਕਿੰਜ ਲੱਗਦਾ ਹੈ। ਤੁਸੀਂ ਦੇਖੋ ਕਿ ਕੋਈ ਵੀ ਪਲਾਂਟ ਕਦੇ ਵੀ ਆਪਸ 'ਚ ਕੰਪੀਟ ਨਹੀਂ ਕਰਦਾ। ਜੀ ਇਹ ਹਿਊਮਨ ਹੀ ਹੈ ਜੋ ਆਪਸ 'ਚ ਕੰਪੀਟ ਕਰਦੇ ਨੇ। ਕਦੀ ਸੁਣਿਆ ਕਿ ਪਲਾਂਟ ਨੇ ਸੁਸਾਈਡ ਕੀਤੀ ਹੋਵੇ? ਜੀ ਹਿਊਮਨ ਨੇ ਇੰਟੈਲੀਜੈਂਟ ਹੈ, ਫਿਰ ਵੀ ਉਹ ਅੰਨੇ ਦੁੱਖ 'ਚ ਰਹਿੰਦੇ ਨੇ, ਇਹਦੇ 'ਚ ਰਹਿੰਦੇ ਨੇ। ਪਲਾਂਟਸ ਆਰ ਆਲਵੇਜ਼ ਹੈਪੀ। ਸੋ ਇਹ ਤੁਹਾਨੂੰ ਧਰਤੀ ਮਾਤਾ ਦੇ ਸਭ ਤੋਂ ਸਾਡੇ ਪੂਰਵਜ ਨੇ। ਇਹ ਧਰਤੀ ਮਾਤਾ ਦਾ ਇੱਕ ਐਗਜ਼ਾਮਪਲ ਹੈ ਕਿ ਹੈਪੀਨੈਸ ਵਿਦਆਊਟ ਐਨੀ ਐਕਸਪੈਕਟੇਸ਼ਨਸ। ਤੁਸੀਂ ਉਹਦੇ ਫਲ ਲਾ ਲੈਂਦੇ ਹੋ, ਤੁਹਾਨੂੰ ਸਬਜ਼ੀਆਂ ਦੇ ਦਿੰਦੇ ਨੇ, ਤੁਹਾਨੂੰ ਮੈਡੀਸਿਨ ਦੇ ਦਿੰਦੇ ਨੇ, ਪਰ ਦੇ ਡੂ ਨੋਟ ਆਸਕ ਐਨੀਥਿੰਗ ਇਨ ਰਿਟਰਨ। ਜੀ ਕੁਝ ਕੁਐਸਚਨਸ ਹੋਣਗੇ ਜਿਹੜੇ ਕਿ ਪਰਸਨਲੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ। ਦ ਫਰਸਟ ਥਿੰਗ ਇਜ਼ ਦੈਟ ਲਾਈਕ ਕਿਹੜਾ ਸਭ ਤੋਂ ਪਹਿਲਾ ਪਲਾਂਟ ਸੀ ਜਿਹੜਾ ਤੁਸੀਂ ਲਗਾਇਆ? ਸ਼ਾਇਦ ਪਿੱਪਲ ਦਾ। ਜੀ ਫਿਰ ਪਿੱਪਲ, ਬੋੜ, ਨੀਮ, ਤਰੇਕ, ਪੰਚਵਟੀ ਦੇ 5 ਪਲਾਂਟ ਹੁੰਦੇ ਨੇ। ਨੌਰਥ ਦੇ ਵਿੱਚ ਬਿੱਲ, ਸਾਊਥ ਦੇ ਵਿੱਚ ਆਮਲਾ, ਸਾਊਥ ਮਤਲਬ ਇਹ ਸਾਰਾ ਆਲ ਓਵਰ ਇੰਡੀਆ ਵਿਜ਼ਿਟ ਕੀਤਾ ਨਾ, ਤੇ ਕਿੱਥੇ ਲੱਗਿਆ ਕਿ ਜ਼ਿਆਦਾ ਪੋਲਿਊਸ਼ਨ ਕਿੱਥੇ ਹੈ ਤੇ ਕਿੱਥੇ ਕਮੀ ਹੈ ਪਲਾਂਟਸ ਦੀ ਬਹੁਤ ਜ਼ਿਆਦਾ? ਮੈਨੂੰ ਲੱਗਦਾ ਕਿ ਪੋਲਿਊਸ਼ਨ ਪਰ ਸੇ ਇਜ਼ ਨਾਟ ਅ ਪ੍ਰੋਬਲਮ। ਜਿਹੜਾ ਪੋਲਿਊਸ਼ਨ ਇੱਥੇ ਆ ਗਿਆ ਨਾ ਉਹ ਟਰਬਲ ਹੈ। ਕਿ ਤੇ ਇੱਥੇ ਜੇ ਚੇਂਜ ਹੋ ਗਿਆ ਤੇ ਜੰਗਲ ਬਣਾਉਣ ਦੀ ਲੋੜ ਹੀ ਨਹੀਂ ਪੈਣੀ, ਲੋਕਾਂ ਨੇ ਆਪੇ ਬਣਾ ਦੇਣਾ ਹੈ। ਅਸੀਂ ਇਹ ਸੋਚਦੇ ਕਿ ਅਸੀਂ ਇਹ ਧਰਤੀ ਮਾਤਾ ਤੋਂ ਲੈ ਲਈਏ ਪਰ ਦਈਏ ਕੁਛ ਨਾ। ਤੇ ਜਦੋਂ ਇਹ ਮਾਈਂਡਸੈਟ ਚੇਂਜ ਹੋ ਜਾਏਗਾ, ਦੇਖੋ ਸਾਡੇ ਮੰਦਿਰ 'ਚ ਵੀ ਜਾਂਦੇ, ਉੱਥੇ ਕਹਿੰਦੇ ਨੇ ਪ੍ਰਾਣੀਓ ਮੇਂ ਸਦਭਾਵਨਾ ਹੋ। ਮੀਨਸ ਹਰ ਇੱਕ ਪ੍ਰਾਣੀ ਦੇ ਵਿੱਚ ਇਨਕਲੂਡਿੰਗ ਟਰੀਜ਼ ਐਂਡ ਪੇੜਾਂ ਉਹਦੇ 'ਚ ਹੋਵੇ। ਸਾਡਾ ਕੋਈ ਦੇਵੀ ਦੇਵਤਾ ਦੱਸ ਦਿਓ ਜਿਹਦੇ ਨਾਲ ਕੋਈ ਪੇੜ ਜਾਂ ਪੌਦਾ ਐਸੋਸੀਏਟਡ ਨਹੀਂ, ਕੋਈ ਜਾਨਵਰ ਜਾਂ ਕੋਈ ਬਰਡ, ਇੱਕ ਵੀ ਐਗਜ਼ਾਮਪਲ ਦੱਸ ਦਿਓ, ਨਹੀਂ ਮਿਲੇਗਾ। ਇੱਥੋਂ ਤੁਸੀਂ ਦੇਖੋ ਕਿ ਸਾਡੀ ਸੰਸਕ੍ਰਿਤੀ, ਸਾਡੇ ਕਲਚਰ ਦੇ ਵਿੱਚ, ਪੰਜਾਬੀ ਕਲਚਰ 'ਚ, ਇੰਡੀਅਨ ਕਲਚਰ ਦੇ ਵਿੱਚ ਇਹ ਓਤ ਪ੍ਰੋਤ ਨੇ। ਤੁਹਾਡੀ ਇਹ ਵਰਡਿੰਗ ਹੈ ਨਾ ਸਰ, ਲੋਕ ਨਾ ਬਹੁਤ ਰੇਅਰ ਲੋਕ ਨੇ ਜਿਹੜੇ ਕਿ ਇਹ ਸਮਝਣਗੇ, ਤੁਹਾਡੀਆਂ ਚੀਜ਼ਾਂ ਨੂੰ, ਤੁਹਾਡੀ ਬੋਲਬਾਣੀ ਨੂੰ ਸਮਝਣਗੇ। ਡਾਇਰੈਕਟਲੀ ਜੇਕਰ ਤੁਸੀਂ ਲੋਕਾਂ ਨੂੰ ਹਿੱਟ ਕਰੋਗੇ ਤਾਂ ਲੋਕ ਬਹੁਤ ਜਲਦੀ ਇਹ ਚੀਜ਼ਾਂ, ਤੁਸੀਂ ਮਰ ਜਾਓਗੇ, ਤੁਹਾਡੀਆਂ ਕਿਡਨੀਆਂ ਖਰਾਬ ਹੋ ਜਾਣਗੀਆਂ, ਲੋਕਾਂ ਨੂੰ ਉਦੋਂ ਸਮਝ ਆਏਗੀ, ਸ਼ਾਇਦ ਉਦੋਂ ਬਹੁਤ ਦੇਰ ਹੋ ਜਾਏਗੀ। ਸੋ ਲੋਕਾਂ ਨੂੰ ਜਗਾਉਣ ਦੇ ਲਈ ਕੋਈ ਇਨੀਸ਼ੀਏਟਿਵ ਵੀ ਲੈ ਰਹੇ ਹੋ? ਮੈਮ ਅਸੀਂ ਕਾਫੀ ਇਨੀਸ਼ੀਏਟਿਵ ਲਿੱਤੇ ਨੇ ਕਿ ਹੁਣ ਅੱਜ ਵੀ ਅਸੀਂ ਮੰਡੀ ਗੋਬਿੰਦਗੜ੍ਹ ਗਏ, ਉੱਥੇ ਲੋਕਲ ਜੋ ਇੰਡਸਟਰੀਜ਼ ਹੈ ਉਹਨਾਂ ਨੇ 100 ਏਕੜ ਜਗ੍ਹਾ, 100 ਜੰਗਲ ਲਗਾਉਣ ਵਾਸਤੇ ਪਰ ਇੱਕ ਏਕੜ 100 ਏਕੜ ਦੇ ਕੋਲ ਜਗ੍ਹਾ ਦਾ ਟਾਈ ਅਪ ਹੋਇਆ। ਤੁਸੀਂ ਦੇਖੋ
ਜੇ ਅਸੀਂ ਸੈਲਫਿਸ਼ ਬਣ ਮੈਂ ਇੱਕ ਜਾਈਏ ਵਾਰੀ ਫਿਰ ਤੋਂ ਦੁਬਾਰਾ ਸੁਣਨਾ ਚਾਹਾਂਗੀ 100 ਏਕੜ ਜਗ੍ਹਾ ਜੀ, ਉਹ ਹਰ ਇੱਕ ਇੰਡਸਟਰੀਜ਼ ਨੂੰ ਅਸੀਂ ਇਹ ਕਿਹਾ ਸਾਨੂੰ 1-1 ਏਕੜ ਜਗ੍ਹਾ ਦਿਓ, ਉਹਨਾਂ ਦੀ ਫੈਕਟਰੀ ਜਗ੍ਹਾ ਹਰ ਇੱਕ ਸਾਨੂੰ 1-1 ਏਕੜ ਦੇਗਾ। ਅਸੀਂ ਐਕਸਪੈਕਟ ਕਰਨੇ ਮੈਂ ਕਿ 100 ਏਕੜ ਦੀ ਜਗ੍ਹਾ ਸਾਨੂੰ ਮਿਲ ਜਾਏਗੀ। ਕੀ ਬਾਤ ਹੈ। ਸੋ ਮੈਨੂੰ ਲੱਗਦਾ ਹੈ ਕਿ ਅਜਿਹੇ ਮੈਨ ਨੂੰ ਜ਼ਰੂਰ ਐਪਰੀਸ਼ੀਏਟ ਕਰਨਾ ਚਾਹੀਦਾ। ਸੋ ਅਜਿਹਾ ਕਪਲ ਅੱਜ ਮੇਰੇ ਨਾਲ ਹੈ ਜਿਨ੍ਹਾਂ ਨੇ ਤੁਹਾਡੇ ਬਾਰੇ, ਤੁਹਾਡੇ ਘਰ ਦੇ ਵਿੱਚ ਬੈਠੇ ਬੱਚਿਆਂ ਬਾਰੇ, ਤੁਹਾਡੇ ਘਰ ਦੇ ਵਿੱਚ ਰਹਿੰਦੇ ਜਾਨਵਰਾਂ ਬਾਰੇ, ਸਾਰਿਆਂ ਬਾਰੇ ਸੋਚ ਲਿਆ। ਪਰ ਕੀ ਤੁਸੀਂ ਵੀ ਅਜਿਹਾ ਸੋਚਦੇ ਹੋ ਕਿ ਪੇੜ ਪੌਦੇ ਬਹੁਤ ਜ਼ਿਆਦਾ ਜ਼ਰੂਰੀ ਹੈ? ਜੇਕਰ ਪੇੜ ਪੌਦੇ ਤੁਹਾਨੂੰ ਵੀ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ, ਫਿਰ ਘਰੇ ਬੈਠੇ ਨਹੀਂ, ਘਰ ਤੋਂ ਬਾਹਰ ਜਾਓ ਤੇ ਪੇੜ ਪੌਦੇ ਲਗਾਉਣ ਦੀ ਸ਼ੁਰੂਆਤ ਕਰੋ। ਸੋ ਗ੍ਰੀਨ ਮੈਨ ਨੇ ਜਿਸ ਤਰ੍ਹਾਂ ਸ਼ੁਰੂਆਤ ਕੀਤੀ, ਆਪਾਂ ਜਾਣਦੇ ਹਾਂ ਜੀ, ਪਹਿਲਾਂ ਸ਼ੁਰੂਆਤ ਇਹਨਾਂ ਨੇ ਉਦੋਂ ਕੀਤੀ ਜਦੋਂ ਇਹਨਾਂ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੋਲਿਊਸ਼ਨ ਦੀਆਂ ਛੁੱਟੀਆਂ ਪੈਂਦੀਆਂ ਨੇ। ਸੋ ਉਹ ਜਿਹੜਾ ਕਨਸੈਪਟ ਇਹਨਾਂ ਦੇ ਦਿਮਾਗ 'ਚ ਹਿੱਟ ਕਰ ਜਾਂਦਾ, ਉਸ ਤੋਂ ਬਾਅਦ ਸੋਚਦੇ ਨੇ ਕਿ ਮੈਂ ਪੋਲਿਊਸ਼ਨ ਰਹਿਣ ਹੀ ਨਹੀਂ ਦੇਣਾ। ਸੋ ਪੋਲਿਊਸ਼ਨ ਨੂੰ ਅਗਰ ਕੱਟਣਾ ਹੋਵੇ ਤਾਂ ਸਭ ਤੋਂ ਅੱਛਾ ਹੈ ਕਿ ਆਪਣੀ ਨੇਚਰ ਨੂੰ ਹਰਾ ਭਰਾ ਰੱਖਿਆ ਜਾਵੇ। ਬਿਲਕੁਲ ਮੈਮ, ਪਲਾਂਟਸ ਜਦੋਂ ਤੁਸੀਂ ਪੇੜ ਲਗਾਉਂਦੇ ਹੋ, ਤੁਸੀਂ ਇੱਕ ਪੇੜ ਨਹੀਂ ਲਗਾਉਂਦੇ, ਤੁਸੀਂ ਕਲੋਨੀ ਲਗਾਉਂਦੇ ਹੋ। ਕਲੋਨੀ ਲਗਾਉਂਦੇ ਉਹਦੇ ਵਿੱਚ ਬਰਡਸ, ਛੋਟੇ ਐਨੀਮਲਸ, ਮਾਈਕਰੋਬਸ। ਇੱਕ ਵਾਰੀ ਜ਼ਰੂਰ ਮੇਰੇ ਦਰਸ਼ਕਾਂ ਨੂੰ ਵੀ ਦਿਖਾਓ ਆਪਣੀ ਕਲੋਨੀ। ਦੇਖੋ ਇਹ ਛੋਟਾ ਜਿਹਾ ਅਸੀਂ ਲਗਾਇਆ ਸੀ 2-2.5 ਸਾਲ ਪਹਿਲੇ, ਹੁਣ ਇਹ ਇੰਨਾ ਕੁ ਜ਼ਿਆਦਾ ਡੈਂਸ ਹੋ ਗਿਆ, ਇੰਨਾ ਕੁ ਜ਼ਿਆਦਾ ਇੰਟੈਂਸ ਹੋ ਗਿਆ ਕਿ ਤੁਸੀਂ 2 ਜਾਂ 3 ਫੁੱਟ ਤੋਂ ਜ਼ਿਆਦਾ ਦੂਰ ਦੇਖ ਨਹੀਂ ਪਾਉਂਦੇ। ਤੇ ਇੱਥੇ ਦੇਖੋ ਬੜੀਆਂ ਫਰੂਟਸ ਆਏ ਹੋਏ ਨੇ, ਅਮਰੂਦ ਆਏ ਹੋਏ ਨੇ, ਅੰਬ ਆਏ ਹੋਏ ਨੇ, ਨਿੰਬੂ ਆਏ ਹੋਏ ਨੇ। ਤੇ ਜਿਹੜੇ ਇੱਥੋਂ ਦੇ ਓਨਰ ਹੈ, ਮੈਂ ਉਹਨਾਂ ਦਾ ਲਿਟਰਲੀ ਧੰਨਵਾਦ ਕਰਨਾ ਚਾਹੁੰਦਾ ਮਨੂ ਜੀ ਦਾ। ਉਹਨਾਂ ਨੇ ਸਾਨੂੰ ਸਪੈਸੀਫਿਕਲੀ ਕਿਹਾ ਕਿ ਅਸੀਂ ਤੁਹਾਨੂੰ ਜਗ੍ਹਾ ਦਿੰਦੇ, ਸਾਡੇ ਫਾਰਮ ਹਾਊਸ 'ਚ ਲਗਾਓ। ਲੋਕ ਤੁਹਾਡੇ ਕੋਲ ਆਉਂਦੇ ਨੇ, ਖੁਦ ਜਾ ਕੇ ਟਾਈਪ ਕਰਦੇ ਹੋ? ਮੈਂ ਹੁਣ ਤੇ ਬਹੁਤ ਲੋਕ ਆਉਂਦੇ ਨੇ। ਪਹਿਲੇ ਸਾਨੂੰ ਲੱਗਾ, ਪਰ ਜਦੋਂ ਹੁਣ 401 ਦੇ ਕੋਲ ਹੋ ਗਿਆ, ਹੁਣ ਲੋਕੀ ਸਾਡੇ ਕੋਲ ਪਾਨ ਦੇ ਲੋਕ। ਸੋ ਸਾਨੂੰ ਕਈ ਵਾਰੀ ਆਫਿਸ ਦੇ ਟਾਈਮ ਕਾਰਨ ਸਾਨੂੰ ਥੋੜ੍ਹਾ ਚੇਂਜ ਕਰਨਾ ਪੈਂਦਾ। ਤੇ ਬਾਕੀ ਸਾਰੀ ਜਿਹੜੀ ਚੀਜ਼ਾਂ ਮੇਰੀ ਵਾਈਫ ਜਦੋਂ ਫ੍ਰੀ ਹੁੰਦੀ ਹੈ, ਸੈਟਰਡੇ ਸੰਡੇ ਸਾਨੂੰ ਆਫ ਹੁੰਦਾ। ਜੀ ਮੈਮ, ਘੁੰਮਣ ਦਾ ਸ਼ੌਂਕ ਤਾਂ ਸਾਰੇ ਰੱਖਦੇ ਨੇ। ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਜੰਗਲ ਬਣਾ ਰਹੇ ਹੋ, ਤੇ ਕਿਹੜੀ ਹੈ ਅਜਿਹੀ ਜਗ੍ਹਾ ਜਿੱਥੇ ਜਾ ਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇ ਕਿ ਅਸੀਂ ਇੱਥੇ ਜੰਗਲ ਬਣਾਏ ਆ, ਪੇੜ ਪੌਦੇ ਲਗਾਏ ਨੇ, ਲੋਕ ਬਹੁਤ ਬਿਊਟੀਫੁਲੀ ਇਸ ਦਾ ਖਿਆਲ ਰੱਖ ਰਹੇ ਨੇ, ਬਹੁਤ ਪਿਆਰ ਕਰ ਰਹੇ ਨੇ? ਅਤੇ ਕਿਹੜੀ ਅਜਿਹਾ ਸ਼ਹਿਰ ਜਾਂ ਇੱਦਾਂ ਦਾ ਸਟੇਟ ਲੱਗੀ ਜਿੱਥੇ ਲੋਕ ਲਗਾ ਕੇ ਭੁੱਲ ਜਾਂਦੇ ਨੇ, ਨਹੀਂ ਉਹਨਾਂ ਦੀ ਦੇਖ ਰੇਖ ਨਹੀਂ ਕਰਦੇ ਕਿਉਂਕਿ ਬੱਚਿਆਂ ਵਾਂਗੂ ਪਾਲਣਾ ਪੈਂਦਾ ਨਾ ਵੀ? ਬਿਲਕੁਲ ਇਹੋ ਜਿਹੀ ਮੈਂ ਕਹਾਂਗੀ ਕੋਈ ਇਹੋ ਜਿਹੀ ਸਟੇਟ ਹੈਗੀ ਹੀ ਨਹੀਂ ਜਿੱਥੇ ਲੋਕਾਂ ਨੇ ਲਗਾ ਕੇ ਭੁੱਲ ਗਏ। ਜੀ, ਉਹਨਾਂ ਨੇ ਕਾਫੀ ਧਿਆਨ ਰੱਖਿਆ ਸਾਰੇ ਜੰਗਲਾਂ ਦਾ। ਇਨਫੈਕਟ ਇਹਨਾਂ ਜੰਗਲਾਂ ਨੂੰ ਬਹੁਤ ਜ਼ਿਆਦਾ ਧਿਆਨ ਦੀ ਲੋੜ ਵੀ ਨਹੀਂ ਹੈ, ਕਿਉਂਕਿ ਹਾਰਡਲੀ 1 ਮਹੀਨੇ 2 ਮਹੀਨੇ ਦੇ ਸਪੈਨ ਦੇ ਵਿੱਚ ਇਹ ਖੁਦ ਹੀ ਸੈਲਫ ਸਸਟੇਨੇਬਲ ਬਣ ਜਾਂਦੇ ਹੈ ਔਰ ਆਪਣਾ ਧਿਆਨ ਆਪਣੇ ਆਪ ਹੀ ਰੱਖ ਲੈਂਦੇ। ਇਹ ਤਾਂ ਸਾਡਾ ਹੀ ਭਰਮ ਹੈ ਕਿ ਅਸੀਂ ਇਹਨਾਂ ਦਾ ਧਿਆਨ ਰੱਖਦੇ ਹਾਂ। ਮੈਂ ਥੋੜ੍ਹਾ ਐਡ ਮੈਂ ਕਰਾਂਗਾ, ਬਿਲਕੁਲ ਸਹੀ ਕਿਹਾ ਨੇ। ਅਸੀਂ ਇਹ ਕਹਿਣਾ ਮਨੁੱਖ ਦਾ ਕਿ ਅਸੀਂ ਜੰਗਲ ਲਗਾਉਂਦੇ ਇਸ ਮਿਸਨੋਮਰ, ਮੈਨੂੰ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਇਹ ਝੂਠ ਦੇ ਵਿੱਚ ਰੱਖਦੇ ਕਿ ਅਸੀਂ ਲਾਉਂਦੇ ਹਾਂ। ਜਦੋਂ ਹਿਊਮਨ ਬੀਇੰਗ ਅੱਜ ਤੋਂ 10-15 ਹਜ਼ਾਰ ਸਾਲ ਪਹਿਲੇ ਇੱਥੇ ਨਹੀਂ ਸੀਗਾ, ਉਦੋਂ ਇੱਥੇ ਜ਼ਿਆਦਾ ਜੰਗਲ ਸੀ ਬਨਸਪਤ ਕੀ ਅੱਜ ਦੇ। ਤੁਸੀਂ ਇੱਥੋਂ ਵੇਖੋ ਕਿ ਅਸੀਂ ਪੇੜਾਂ ਦੇ ਡਿਸਟਰੋਇਰ ਹੈ, ਸਲੇਅਰ ਹੈ, ਅਸੀਂ ਕ੍ਰੀਏਟਰ ਨਹੀਂ ਗਏ। ਤੇ ਇਹ ਜੇ ਅਸੀਂ ਥੋਟ ਪ੍ਰੋਸੈਸ ਰੱਖੀਏ ਤੇ ਮੈਨੂੰ ਲੱਗਦਾ ਕਿ ਨੇਚਰ ਟੇਕਸ ਕੇਅਰ ਆਫ ਇਟਸ ਓਨ ਸੈਲਫ। ਇੱਕ ਹੋਰ ਗੱਲ ਮੈਂ ਐਡ ਕਰਨਾ ਚਾਹਾਂਗੀ, ਜਿਸ ਤਰ੍ਹਾਂ ਕਿ ਮਨੁੱਖ ਹੈ, ਮਨੁੱਖ ਐਸਾ ਪ੍ਰਾਣੀ ਹੈ ਕਿ ਉਹ ਧਰਤੀ ਮਾਤਾ ਤੇ ਬੋਝ ਪਾਈ ਜਾਂਦਾ ਹੈ। ਸਵੇਰੇ ਸ਼ੁਰੂ ਹੋਵੋ, ਤੁਸੀਂ ਆਪਣਾ ਸਵੇਰੇ ਉੱਠ ਕੇ ਜਿਹੜਾ ਤੁਸੀਂ ਮਲ ਕੱਢਦੇ ਹੋ, ਫਿਰ ਸਾਰਾ ਦਿਨ ਟੌਕਸਿਨਸ ਕੱਢਦੇ ਬੋਡੀ ਦੇ ਵਿੱਚ, ਐਮਿਸ਼ਨਸ ਹੁੰਦੀਆਂ, ਬਰੀਥਿੰਗ ਪ੍ਰੋਸੈਸ ਹੈਗਾ, ਇਹ ਪ੍ਰੋਸੈਸ ਹੈ ਟਿਲ ਦ ਐਂਡ ਆਫ ਦ ਡੇ। ਰਾਤ ਨੂੰ ਸੌਣ ਜਾਂਦੇ ਹੋ, ਵਾਸ਼ਰੂਮ ਜਾਂਦੇ ਹੋ, ਫਿਰ ਮਲ ਕੱਢਦੇ ਹੋ, ਸਾਰਾ ਟਾਈਮ ਅਸੀਂ ਪੋਲਿਊਟ ਹੀ ਕਰਦੇ ਰਹਿੰਦੇ ਹਾਂ। ਸਿਰਫ ਧਰਤੀ ਮਾਤਾ ਹੈ ਉਹ ਪੋਲਿਊਸ਼ਨ ਨੂੰ ਅਬਜ਼ੌਰਬ ਕਰੀ ਜਾਂਦੀ ਹੈ। ਪਰ ਅਗਰ ਅਸੀਂ ਧਿਆਨ ਦਈਏ ਕਿ ਇਹ ਜਿੰਨਾ ਮਲ ਕੱਢਿਆ ਹੈ ਤਾਂ ਕੁਝ ਥੋੜਾ ਬਹੁਤਾ ਰਿਟਰਨ ਬੈਕ ਕਰੀਏ ਧਰਤੀ ਮਾਤਾ ਨੂੰ, ਤੇ ਬਹੁਤ ਵਧੀਆ ਹੋਏਗਾ। ਜੀ, ਬਹੁਤ ਸੋਹਣੀਆਂ ਗੱਲਾਂ ਜਿਹੜੀਆਂ ਕਿ ਅੱਜ ਇਸ ਕਪਲ ਦੇ ਨਾਲ ਕੀਤੀਆਂ ਨੇ। ਸੋ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ, ਤੁਸੀਂ ਅਗਰ ਲੁਧਿਆਣਾ ਵਾਸੀ ਹੋ ਤਾਂ ਕਦੇ ਇਨਕਮ ਟੈਕਸ ਆਫਿਸਰ ਦੇ ਵਿੱਚ ਗਏ ਹੋਗੇ, ਤੇ ਉਸ ਆਫਿਸ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਬਹੁਤ ਸੋਹਣੇ ਹਰੇ ਭਰੇ ਪੌਦੇ ਲੱਗੇ ਹੋਏ ਨੇ, ਜਾਂ ਫਿਰ ਤੁਸੀਂ ਜਿਹੜੇ ਨਵਾਂ ਪੁਲ ਬਣ ਰਿਹਾ ਫਿਰੋਜ਼ਪੁਰ ਰੋਡ ਤੇ ਉਸ ਦੇ ਨਜ਼ਦੀਕ ਹੀ ਦੇਖਿਆ ਹੋਏਗਾ ਪੇੜ ਪੌਦੇ ਲੱਗੇ ਨੇ। ਅਸੀਂ ਦੇਖ ਕੇ ਨਾ ਦਿਲ ਦੇ ਵਿੱਚੋਂ ਤਾਰੀਫ ਕਰਦੇ ਹਾਂ, ਵਾਹ ਬਹੁਤ ਸੋਹਣਾ ਕੰਮ ਕੀਤਾ ਹੈ, ਗਵਰਨਮੈਂਟ ਕਰ ਰਹੀ ਹੈ, ਸ਼ਾਇਦ ਉਹ ਕਰ ਰਿਹਾ। ਪਰ ਮੈਂ ਤੁਹਾਨੂੰ ਦੱਸਦਾ ਕਿ ਉਸ ਦੇ ਪਿੱਛੇ ਗਵਰਨਮੈਂਟ ਨੂੰ ਛੱਡ ਕੇ ਇੱਕ ਅਜਿਹਾ ਕਪਲ ਹੈ ਜਿਹੜਾ ਕਿ ਲੁਧਿਆਣੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਹੈ। ਸੋ ਲੁਧਿਆਣੇ ਸ਼ਹਿਰ ਤੋਂ ਇਲਾਵਾ ਪੂਰੇ ਆਲ ਓਵਰ ਇੰਡੀਆ ਦਾ ਮਿਸ਼ਨ ਲੈ ਕੇ ਕਪਲ ਘਰੋਂ ਨਿਕਲਿਆ, ਤੇ ਇਹਨਾਂ ਨੇ ਕਿਹਾ ਕਿ ਆਲ ਓਵਰ ਇੰਡੀਆ ਦੇ ਵਿੱਚ ਕਿੰਨੇ ਸੋਚ ਹੈ ਕਿ ਕਿੰਨੇ ਕੁ ਜੰਗਲ ਲਗਾ ਦੇਣੇ ਆ, ਕੁਝ ਸੋਚਿਆ ਹੋਇਆ ਕਿੰਨੇ ਦਰਖਤ ਲਗਾਣੇ ਆ? ਅਸੀਂ ਸੋਚਿਆ ਸੀ ਕਿ ਅੱਜ ਤੋਂ 8-9 ਸਾਲ ਪਹਿਲੇ ਸੋਚਿਆ ਸੀ ਕਿ ਅਸੀਂ ਜਿੰਦੇ ਜੀ 1 ਲੱਖ ਪੇੜ ਲਗਾਉਣੇ ਹੈ। ਉਹ 2016 ਜੀ ਪੂਰੇ ਹੋ ਗਏ ਸੀ। ਹੁਣ ਅਸੀਂ 1 ਕਰੋੜ ਦਾ ਟਾਰਗੇਟ ਰੱਖਿਆ ਕਿ ਵਿਦਿਨ 1 ਈਅਰ ਔਰ ਸੋ 12 ਲੱਖ ਦੇ ਕੋਲ ਹੋ ਗਿਆ।
401 ਦੇ ਕੋਲ ਜੰਗਲ ਅਸੀਂ ਇਸ ਸਾਲ ਸੋਚਿਆ 1000 ਜੰਗਲ ਲਾਵਾਂਗੇ। ਡਿਫਿਕਲਟ ਹੈ ਬਟ ਵੀ ਆਰ ਡੂਇੰਗ ਐਂਡ ਇਹ 'ਚ ਕੋਈ ਉਹ ਨਹੀਂ ਗਾ ਕਿ ਅਸੀਂ ਲਗਾਉਂਦੇ ਪਏ। ਮੈਨੂੰ ਲੱਗਦਾ ਕਿ ਐਵਰੀ ਹਿਊਮਨ ਬੀਇੰਗ ਹੈਜ਼ ਅ ਰਿਸਪੌਂਸਿਬਿਲਿਟੀ। ਦੇਖੋ ਜਦੋਂ ਅਸੀਂ ਇਸ ਧਰਤੀ ਤੋਂ ਜਾਵਾਂਗੇ ਵੀ ਨਾ, ਜੀ ਅਸੀਂ 2 ਪੇੜ ਲੈ ਕੇ ਜਾਵਾਂਗੇ। ਜੀ ਜੀ ਦੈਟਸ ਅਰਥ ਡੈਪਟ, ਜੀ, ਮਦਰ ਅਰਥ ਡੈਪਟ, ਦੈਟ ਵੀ ਐਵਰੀਬਡੀ ਹੈਜ਼ ਟੂ ਡੂ ਇਟ। ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੇਰੇ ਦਰਸ਼ਕ ਜਿਹੜੇ ਕਿ ਤੁਹਾਡੀ ਵੀਡੀਓ ਦੇਖ ਰਹੇ ਨੇ, ਜਿਹੜੇ ਕਿ ਆਲਰੇਡੀ ਟਰੀਜ਼ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਨੇਚਰ ਨਾਲ ਬਹੁਤ ਪਿਆਰ ਕਰਦੇ ਨੇ, ਕੀ ਮੈਸੇਜ ਦੇਣਾ? ਦੇਖੋ ਜੇ ਅਸੀਂ ਲੁਧਿਆਣੇ ਦੀ ਪੋਪੂਲੇਸ਼ਨ ਕੰਜ਼ਰਵੇਟਿਵਲੀ 35 ਲੱਖ ਲਾ ਦਈਏ, ਹਰ ਇੱਕ ਬੰਦਾ ਸਿਰਫ 2 ਪਲਾਂਟ ਲਗਾਵੇ, 70 ਲੱਖ 70 ਲੱਖ ਪਲਾਂਟ। ਤੇ 1 ਸਾਲ 'ਚ ਅਸੀਂ ਪੂਰਾ ਲੁਧਿਆਣਾ ਚੇਂਜ ਕਰ ਦਾਂਗੇ। ਜੀ ਬਿਲਕੁਲ। ਜੇ ਪੰਜਾਬ ਦੀ 3 ਕਰੋੜ ਪੋਪੂਲੇਸ਼ਨ ਹੈ, ਹਰ ਇੱਕ ਬੰਦਾ 2 ਪਲਾਂਟ ਲਗਾਵੇ, 6 ਕਰੋੜ ਦੇ ਵਿੱਚ। ਇੰਡੀਆ 'ਚ 140 ਕਰੋੜ ਪੋਪੂਲੇਸ਼ਨ ਹੈ, 2 ਲਗਾਓ 280 ਕਰੋੜ। ਵੀ ਕੈਨ ਚੇਂਜ। ਵਾਈ ਟੂ ਥਿੰਕ ਕਿ ਮੈਂ ਨਹੀਂ ਕਰ ਸਕਦਾ। ਚੇਂਜ ਕਰੋ, ਸਭ ਕੁਝ ਚੇਂਜ ਹੋਏਗਾ। ਸੋ ਚੇਂਜ ਕਰੋ ਕਹਿੰਦੇ ਸਭ ਕੁਝ ਚੇਂਜ ਹੋਏਗਾ, ਪਰ ਚੇਂਜ ਦੀ ਸ਼ੁਰੂਆਤ ਹੈ ਜਿਹੜੀ ਕਿ ਇਹਨਾਂ ਦੋਨਾਂ ਵੱਲੋਂ ਕਰ ਦਿੱਤੀ ਗਈ ਹੈ ਤੇ ਸ਼ੁਰੂਆਤ ਤੋਂ ਅੱਗੇ ਤੋਰਨ ਵਾਲੇ ਮੈਂ, ਤੁਸੀਂ, ਤੁਹਾਡੇ ਵਰਗੇ ਜਾਂ ਸਾਡੇ ਵਰਗੇ ਹੀ ਲੋਕ ਨੇ ਜਿਹੜੇ ਕਿ ਸ਼ੁਰੂਆਤ ਨੂੰ ਅੱਗੇ ਤੋਰਨਗੇ। ਸੋ ਸਿਰਫ ਕੁਝ ਨਹੀਂ, ਇੰਨੀ ਛੋਟੀ ਜਿਹੀ ਗੁਜ਼ਾਰਿਸ਼ ਕੀਤੀ ਹੈ ਇਸ ਕਪਲ ਨੇ, ਜੋ ਕਿ ਗ੍ਰੀਨ ਕਪਲ ਦੇ ਨਾਮ ਨਾਲੋਂ ਜਾਣਿਆ ਜਾਂਦਾ ਹੈ। ਇਹਨਾਂ ਦਾ ਇਹ ਕਹਿਣਾ ਹੈ ਕਿ ਸਿਰਫ 2 ਪੇੜ ਹੈ ਜਿਹੜੇ ਕਿ ਤੁਸੀਂ ਲਗਾਉਣੇ ਨੇ। ਜੇਕਰ ਤੁਸੀਂ ਵੀ ਆਪਣੇ ਮਾਈਂਡ ਦੇ ਵਿੱਚ ਸੋਚਿਆ ਕਿ ਆਪਣੇ ਬੱਚਿਆਂ ਦਾ ਭਵਿੱਖ ਸੁਆਰਨਾ ਹੈ, ਕਿਉਂਕਿ ਇਹਨਾਂ ਤੇ ਹੀ ਡਿਪੈਂਡਡ ਹੈ ਆਪਣੇ ਬੱਚਿਆਂ ਦਾ ਭਵਿੱਖ। ਜੇਕਰ ਨੇਚਰ ਅੱਛੀ ਰਹੇਗੀ, ਤੁਹਾਨੂੰ ਤੰਦਰੁਸਤੀਆਂ ਮਿਲਣਗੀਆਂ, ਹੈਲਥ ਮਿਲੇਗੀ। ਸੋ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਚੰਗੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰ ਦੇਣਾ, ਕਿਉਂਕਿ ਵੱਧ ਤੋਂ ਵੱਧ ਕੀਤਾ ਗਿਆ ਸ਼ੇਅਰ ਤੁਹਾਡੇ ਆਲੇ ਦੁਆਲੇ ਦੇ ਵਿੱਚ ਨੇਚਰ ਕਲੋਨੀ ਬਣਾਉਣ ਦੇ ਲਈ ਸਹਾਇਕ ਹੋਏਗਾ। ਥੈਂਕ ਯੂ। ਜਿਸ ਕੋਲ ਗਿਆਨ ਹੋਵੇਗਾ ਉਹ ਹੱਲ ਕਰੇਗਾ। ਬਾਬਾ ਜ਼ਫਰ ਖਾਨ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ 24 ਘੰਟੇ 'ਚ ਕਰਵਾਓ। ਹਰ ਪਰੇਸ਼ਾਨੀ ਦਾ ਹੱਲ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਏਗੀ। ਸੌਤਨ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ ਦਾ ਵਿਸ਼ੇਸ਼ ਹੱਲ ਜਾਣੋ। ਮੈਂ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗਾ। ਦੂਰੀ ਨਾ ਦੇਖੋ, ਕੰਮ ਦੇਖੋ। ਜੇਕਰ ਤੁਹਾਡਾ ਜੋਤਿਸ਼ ਵਿੱਚ ਵਿਸ਼ਵਾਸ ਟੁੱਟ ਗਿਆ ਹੈ ਤਾਂ ਇੱਕ ਵਾਰ ਜ਼ਰੂਰ ਕਾਲ ਕਰੋ। ਨੰਬਰ ਨੋਟ ਕਰ ਲਓ 80545 79872। ਲਵ ਮੈਰਿਜ, गेट योर लव बैक, फैमिली, मनी और जॉब प्रॉब्लम, वशीकरण, ब्लैक मैजिक, लोटो मैक्स, गिव मी 1 चांस, आई विल चेंज योर लाइफ। घर बैठे हर समस्या का समाधान 100% गारंटीड करवाओ। मियाँ समर जी विश्व प्रसिद्ध तांत्रिक, एक बार इन्हां नूं लुधियाना आके मिलो। समस्या तुहाडी, समाधान साडा। इधर उधर ना भटको, सब तो पहला काम करन दा वादा। लव मैरिज, प्यार च धोखा, विआह च रुकावट, सौतन दुश्मन तो छुटकारा, पति पत्नी दे विच अनबन, घरेलू कलेश, नौकरी कारोबार, वशीकरण करना जां तुड़वाउणा, कीता कराया, लॉटरी, अचानक धन प्राप्ति, विदेश च पक्का होण दे विच रुकावटां, कोर्ट कचहरी तो छुटकारा आदि दे लई सारियां समस्यावां दे हल दे लई हुणे कॉल करो। नंबर नोट कर लो 73 409 36 488 73 409 36 488। प्यार करना या छुड़वाना, वशीकरण, लव मैरिज, प्रेमी नूं मनाउणा, घर वाले मनाउणा, पति पत्नी विच झगड़ा, आपसी अणबण, सस नूं दा झगड़ा, किसी दा बेटा किसी दूसरे दे कहने च है या किसी दी बेटी किसी दूसरे दे कहने च है, प्रेमी प्रेमिका च अणबण, विदेश यात्रा, लॉटरी स्पेशलिस्ट, किसी भी समस्या दे लई फोन करो। हर समस्या दा समाधान सिर्फ 3 घंटे विच। विश्व प्रसिद्ध बाबा हरदीप जी। गोल्ड मैडलिस्ट नूं फोन करो जिन्हां दा नंबर है 95012 84753। ते देर किस गल दी, हुणे बाबा हरदीप जी नूं कॉल लगाओ, समाधान पाओ जिन्हां दा नंबर है 95012 84753। जी हाँ, समस्या चाहे कैसी भी हो, जड़ से खत्म, बड़ी से बड़ी समस्या का समाधान। अपने मन चाहे प्यार को पाएं, काम, कारोबार, किया कराया, सौतन से छुटकारा, पति पत्नी में अनबन। जी हाँ दोस्तों, आप चैट कर सकते हैं, कॉल कर सकते हैं। भारत के नंबर 1 ज्योतिष का खुला चैलेंज, शक्ति का चमत्कार देखें 24 घंटे में। अपनी किसी भी समस्या का समाधान तुरंत घर बैठे हल करवाएं, वो भी गारंटी के साथ। तो बस फिर इंतजार किस बात का, एक फोन घुमाइए और अपनी किसी भी समस्या